ਵੈਲਕਮ ਦੋਸਤੋ, ਲਰਨ ਬੈਟਰ ਚੈਨਲ 'ਚ ਤੁਹਾਡਾ ਸਵਾਗਤ ਹੈ। ਇੱਕ ਨੋਟਿਸ ਆਇਆ ਸੀ ਫਰਵਰੀ ਦੇ ਮਹੀਨੇ ਵਿੱਚ PSPCL ਵੱਲੋਂ ਕਿ ਅਸੀਂ 2632 ਪੋਸਟਾਂ ਦੇ ਉੱਪਰ ਰਿਕਰੂਟਮੈਂਟ ਕਰਨ ਜਾ ਰਹੇ ਹਾਂ। ਇਹਦੀ ਜਿਹੜੀ ਡਿਟੇਲਡ ਐਡਵਰਟਾਈਜ਼ਮੈਂਟ ਆ ਉਹ ਅਸੀਂ ਵੈਬਸਾਈਟ ਦੇ ਉੱਪਰ ਅਪਲੋਡ ਕਰਾਂਗੇ। ਬਟ ਜਦੋਂ ਇਹਨਾਂ ਦੀ ਵੈਬਸਾਈਟ ਤੇ ਦੇਖਿਆ ਗਿਆ ਤਾਂ ਇਹ ਹਰ 15 ਦਿਨ ਬਾਅਦ ਇੱਕ ਨੋਟਿਸ ਅਪਲੋਡ ਕਰਦੇ ਸੀ ਕਿ ਸਾਡੀ ਜਿਹੜੀ ਰਿਕਰੂਟਮੈਂਟ ਦੀ ਡਿਟੇਲਡ ਐਡਵਰਟਾਈਜ਼ਮੈਂਟ ਹੈ ਉਹ ਅਜੇ ਅਸੀਂ ਅਪਲੋਡ ਨਹੀਂ ਕਰ ਸਕਦੇ, ਉਹਨੂੰ ਕੁਝ ਟਾਈਮ ਲੱਗੂਗਾ। ਤੇ ਹਰ ਵਾਰੀ ਇਹ 15 दिन का जोड़ा टाइम है वो अगे पा लेंगे सी। सो 15 ਨੂੰ इन्होंने कहा सी डिटेल एडवर्टाइजमेंट वैबसाइट ते अपलोड करांगे। सो 15 ਨੂੰ इन्होंने एक नोटिस अपलोड करता कि ड्यू टू एडमिनिस्ट्रेटिव रीजनस ਅਸੀਂ ਇਹ डिटेल एडवर्टाइजमेंट अजे अपलोड नहीं कर सकते, ਇਹਨੂੰ 15 दिन अगे पा दिता जाऊगा। सो ये 31/3 ਨੂੰ आएगी, फिर 31/3 ਤੋਂ ਬਾਅਦ 15/4, 15/4 ਤੋਂ ਬਾਅਦ 30/4, 30/4 ਤੋਂ ਬਾਅਦ 15/5 ਤੇ ਫਿਰ 15/5 ਤੋਂ ਬਾਅਦ ਇਹਨਾਂ ਨੇ ਕਿਹਾ ਸੀ ਕਿ ਅਸੀਂ 20/5 ਨੂੰ ਇਹ ਜਿਹੜੀ ਐਡਵਰਟਾਈਜ਼ਮੈਂਟ ਆ ਉਹ ਅਪਲੋਡ ਕਰਾਂਗੇ। ਹੁਣ ਜਿਹੜੀ ਇਹਨਾਂ ਨੇ ਐਡਵਰਟਾਈਜ਼ਮੈਂਟ ਅਪਲੋਡ ਕੀਤੀ ਹੈ ਇਹਦੀ ਜਿਹੜੀ ਅਪਲਾਈ ਕਰਨ ਦੀ ਡੇਟ ਹੈ ਇਹ ਰੱਖੀ ਹੈ 31/5/2021 ਤੇ ਇਹਦੀ ਜਿਹੜੀ ਅਪਲਾਈ ਕਰਨ ਦੀ ਲਾਸਟ ਤਰੀਕ ਆ, ਲਾਸਟ ਡੇਟ ਹੈ ਜਿਹੜੀ ਉਹ ਹੈ 20/6/2021। ਸੋ ਇਹਨਾਂ ਨੇ ਤਕਰੀਬਨ 20 ਦਿਨ ਦਾ ਜਿਹੜਾ ਟਾਈਮ ਆ ਇਹਨੂੰ ਅਪਲਾਈ ਕਰਨ ਵਾਸਤੇ ਦਿੱਤਾ ਆ। ਸੋ ਇਹਦੀ ਜਿਹੜੀ ਫੀਸ ਭਰਨ ਦੀ ਡੇਟ ਆ, ਲਾਸਟ ਕਲੋਜ਼ਿੰਗ ਡੇਟ ਆ ਉਹ ਇਹਨਾਂ ਨੇ ਰੱਖੀ ਆ 2/7/2021। ਸੋ ਵੈਬਸਾਈਟ ਦੇ ਉੱਪਰ ਡਿਟੇਲਡ ਨੋਟਿਸ ਜਿਹੜਾ ਹੈ ਉਹ ਅਪਲੋਡ ਹੋ ਚੁੱਕਾ ਆ। ਇਹਦੇ ਵਿੱਚ ਦੇਖ ਲੈਂਦੇ ਆ ਕਿ ਪਹਿਲਾਂ ਇਹਨਾਂ ਨੇ ਜਿਹੜੀ ਐਡਵਰਟਾਈਜ਼ਮੈਂਟ ਕੱਢੀ ਸੀ ਉਹਦੇ ਵਿੱਚ 2632 ਪੋਸਟਾਂ ਦੀ ਐਡਵਰਟਾਈਜ਼ਮੈਂਟ ਸੀ ਕਿ 2632 ਪੋਸਟਾਂ ਦੇ ਉੱਪਰ ਅਸੀਂ ਰਿਕਰੂਟਮੈਂਟ ਕਰਾਂਗੇ। ਹੁਣ ਦੇਖ ਲੈਂਦੇ ਆ ਕਿ ਕਿੰਨੀਆਂ ਜਿਹੜੀਆਂ ਪੋਸਟਾਂ ਨੇ, ਇਹਦੀਆਂ ਡਿਟੇਲਡ ਰਿਕੁਆਇਰਮੈਂਟ ਕੀ ਹੈ, ਐਜੂਕੇਸ਼ਨਲ ਕੁਆਲੀਫਿਕੇਸ਼ਨ ਕੀ ਹੈ, ਸਿਲੈਕਸ਼ਨ ਪ੍ਰੋਸੀਜਰ ਕੀ ਹੋਏਗਾ, ਸਾਰੀ ਜਿਹੜੀ ਡਿਟੇਲਡ ਐਡਵਰਟਾਈਜ਼ਮੈਂਟ ਆ ਅਸੀਂ ਇਹ ਐਡਵਰਟਾਈਜ਼ਮੈਂਟ ਦੇ ਵਿੱਚ ਦੇਖ ਲੈਂਦੇ ਆ। ਸੋ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲਦੇ ਰਹਿਣ। ਸੋ ਇਹ ਜਿਹੜੀ ਰਿਕਰੂਟਮੈਂਟ ਆ ਇਹਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਇਹਨਾਂ ਨੇ। ਪਹਿਲੀਆਂ ਪੋਸਟਾਂ ਨੇ ਨਾਨ ਟੈਕਨੀਕਲ, ਜਿਹਦੇ ਵਿੱਚ ਆਉਂਦੇ ਨੇ ਰੈਵਨਿਊ ਅਕਾਊਂਟੈਂਟ ਤੇ ਕਲਰਕ ਦੀਆਂ ਪੋਸਟਾਂ। ਸੋ ਇਹ ਨਾਨ ਟੈਕਨੀਕਲ ਪੋਸਟਾਂ ਨੇ। ਇਹਦੇ ਬਾਅਦ ਨੇ ਟੈਕਨੀਕਲ ਪੋਸਟਾਂ, ਜਿਹਦੇ ਵਿੱਚ ਆਉਂਦੇ ਨੇ JE ਆਉਂਦੇ ਨੇ, ਜੂਨੀਅਰ ਇੰਜੀਨੀਅਰ ਆਉਂਦੇ ਨੇ, ਇਲੈਕਟ੍ਰੀਕਲ ਅਸਿਸਟੈਂਟ ਲਾਈਨਮੈਨ ਆਉਂਦੇ ਨੇ, ਅਸਿਸਟੈਂਟ ਸਬ ਸਟੇਸ਼ਨ ਅਟੈਂਡੈਂਟ ਆਉਂਦੇ ਨੇ। ਸੋ ਇਹ ਜਿਹੜੀਆਂ ਪੋਸਟਾਂ ਨੇ ਇਹ ਟੈਕਨੀਕਲ ਪੋਸਟਾਂ ਨੇ। ਸੋ ਟੈਕਨੀਕਲ ਤੇ ਨਾਨ ਟੈਕਨੀਕਲ ਪੋਸਟਾਂ ਨੂੰ ਇਹਨਾਂ ਨੇ ਕੈਟੇਗਰਾਈਜ਼ ਕਰਤਾ ਹੈ ਕਿ ਕਿਹੜੀਆਂ ਟੈਕਨੀਕਲ ਨੇ, ਕਿਹੜੀਆਂ ਨਾਨ ਟੈਕਨੀਕਲ ਨੇ। ਸੋ ਕੈਟੇਗਰੀ ਵਾਈਜ਼ ਦੇਖ ਲੈਂਦੇ ਆ ਟੈਕਨੀਕਲ ਪੋਸਟਾਂ ਤੇ ਨਾਨ ਟੈਕਨੀਕਲ ਪੋਸਟਾਂ ਦੀ ਬ੍ਰੇਕਅਪ ਕੀ ਆ। ਪਹਿਲਾਂ ਨਾਨ ਟੈਕਨੀਕਲ ਪੋਸਟਾਂ ਨੇ। ਨਾਨ ਟੈਕਨੀਕਲ ਦੇ ਵਿੱਚ ਹੈਗੀਆਂ ਨੇ ਰੈਵਨਿਊ ਅਸਿਸਟੈਂਟ, RA ਤੇ ਕਲਰਕ ਦੀਆਂ ਪੋਸਟਾਂ। ਰੈਵਨਿਊ ਅਸਿਸਟੈਂਟ ਦੀਆਂ ਇਹਨਾਂ ਨੇ 18 ਪੋਸਟਾਂ ਰੱਖੀਆਂ ਹੈ ਤੇ ਕਲਰਕ ਦੀਆਂ ਜਿਹੜੀਆਂ ਨੇ 549 ਪੋਸਟਾਂ ਨੇ, 549 ਪੋਸਟਾਂ ਨੇ। ਸੋ ਇਹ ਜਿਹੜੀਆਂ ਪੋਸਟਾਂ ਨੇ ਇਹ ਰੱਖੀਆਂ ਨੇ ਨਾਨ ਟੈਕਨੀਕਲ ਦੇ ਵਿੱਚ। ਇਹਦਾ ਜਿਹੜਾ ਕੈਟੇਗਰੀ ਵਾਈਜ਼ ਬ੍ਰੇਕਅਪ ਹੈ ਇਹ ਵੀ ਇਹਨਾਂ ਨੇ ਦਿੱਤਾ ਆ। ਸੋ ਉਹਦੇ ਬਾਅਦ ਨੇ ਟੈਕਨੀਕਲ ਪੋਸਟਾਂ। ਟੈਕਨੀਕਲ ਪੋਸਟਾਂ ਇਹਨਾਂ ਦੀਆਂ 3 ਨੇ। ਇਹਦੇ ਵਿੱਚ ਹੈ JE ਇਲੈਕਟ੍ਰੀਕਲ, ALM ਹੈ ਅਸਿਸਟੈਂਟ ਲਾਈਨਮੈਨ ਹੈ ਤੇ ASSA ਅਸਿਸਟੈਂਟ ਸਬ ਸਟੇਸ਼ਨ ਅਟੈਂਡੈਂਟ ਹੈ। ਸੋ 3 ਜਿਹੜੀਆਂ ਪੋਸਟਾਂ ਨੇ ਇਹ ਟੈਕਨੀਕਲ ਨੇ। ਇਹਨਾਂ ਦੀਆਂ ਜਿਹੜੀਆਂ ਨੰਬਰ ਆਫ ਪੋਸਟ ਆ ਉਹ ਵੀ ਅਸੀਂ ਦੇਖ ਲੈਂਦੇ ਆ। ਲਾਸਟ ਦੇ ਵਿੱਚ ਇਹ ਆ 75, 1700 ਤੇ 290। ਸੋ 75, 1700 ਤੇ 290 ਪੋਸਟਾਂ ਨੇ। ਇਹਦੇ ਵਿੱਚ ਲਾਈਨਮੈਨ ਦੀਆਂ ਤੇ ਸਬ ਸਟੇਸ਼ਨ ਅਟੈਂਡੈਂਟ ਦੀਆਂ ਜਿਹੜੀਆਂ ਪੋਸਟਾਂ ਨੇ ਇਹ ਵੂਮਨਸ ਵਾਸਤੇ ਨਹੀਂ ਰੱਖੀਆਂ। ਇਹਦੇ ਵਿੱਚ ਵੂਮਨਸ ਨੂੰ ਰਿਜ਼ਰਵੇਸ਼ਨ ਨਹੀਂ ਦਿੱਤੀ ਗਈ, ਇਹ ਸਿਰਫ ਮੇਲ ਕੈਂਡੀਡੇਟ ਵਾਸਤੇ ਨੇ। ਸੋ 1700 ਪੋਸਟਾਂ ਤੇ ਜਿਹੜੀਆਂ 290 ਪੋਸਟਾਂ ਨੇ ਇਹ ਸਿਰਫ ਮੇਲ ਕੈਂਡੀਡੇਟ ਵਾਸਤੇ ਰੱਖੀਆਂ ਗਈਆਂ ਨੇ। ਸੋ ਇਹੀ ਰਿਕਰੂਟਮੈਂਟ ਇਹਨਾਂ ਨੇ ਨੋਟਿਸ ਦਿੱਤਾ ਸੀ ਕਿ ਅਸੀਂ ਜਿਹੜੀਆਂ ਪੋਸਟਾਂ ਨੇ 2632 ਪੋਸਟਾਂ ਭਰਨ ਵਾਸਤੇ ਰਿਕਰੂਟਮੈਂਟ ਨੋਟਿਸ ਜਾਰੀ ਕਰਾਂਗੇ। ਸੋ ਇਹਨਾਂ ਨੇ ਅੱਜ ਕਰ ਦਿੱਤਾ ਆ। ਸੋ ਇਹੋ ਹੀ ਜਿਹੜੀਆਂ ਪੋਸਟਾਂ ਨੇ 549, 18, 75, 1700 ਤੇ 290 ਟੋਟਲ ਜਿਹੜੀਆਂ ਨੇ 2632 ਪੋਸਟਾਂ ਵਾਸਤੇ ਇਹ ਐਡਵਰਟਾਈਜ਼ਮੈਂਟ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ। ਸੋ ਇਹਦੇ ਨਾਲ ਇੱਕ ਨੋਟ ਦਿੱਤਾ ਹੈ ਕਿ ਜਿਹੜੀਆਂ ਵੀ ਰਿਜ਼ਰਵੇਸ਼ਨ ਵਾਲੀਆਂ ਪੋਸਟਾਂ ਨੇ ਉਹ ਸਿਰਫ ਪੰਜਾਬ ਡੋਮਿਸਾਈਲ ਵਾਸਤੇ ਹੀ ਨੇ। ਸੋ ਪੰਜਾਬ ਦੇ ਜਿਹੜੇ SCs ਹੋਣਗੇ ਜਾਂ BCs ਹੋਣਗੇ ਉਹਨਾਂ ਨੂੰ ਹੀ ਇਹ ਰਿਜ਼ਰਵੇਸ਼ਨ ਦਾ ਬੈਨੀਫਿਟ ਮਿਲੇਗਾ। ਹੋਰ ਜਿਹੜੇ ਬਾਕੀ ਸਟੇਟਾਂ ਦੇ ਡੋਮਿਸਾਈਲ ਨੇ ਉਹਨਾਂ ਨੂੰ ਇਹ ਬੈਨੀਫਿਟ ਨਹੀਂ ਮਿਲਣਗੇ। ਸੋ ਪੰਜਾਬ ਦਾ ਜਿਹੜਾ ਡੋਮਿਸਾਈਲ ਸਰਟੀਫਿਕੇਟ ਹੈ ਉਹ ਵੀ ਇਹਨਾਂ ਨੇ ਕਿਹਾ ਕਿ ਹੋਣਾ ਚਾਹੀਦਾ ਆ, ਲਾਜ਼ਮੀ ਹੈ। ਇਹ ਵੀ 1/1/2021 ਤੋਂ ਬਾਅਦ ਦੇ ਇਸ਼ੂ ਹੋਇਆ ਹੋਵੇ। ਸੋ ਕੋਈ ਵੀ ਜਿਹੜਾ ਹੁਣ ਵੀ ਜਿਹੜਾ ਹੈ ਡੋਮਿਸਾਈਲ ਸਰਟੀਫਿਕੇਟ ਤੁਸੀਂ ਇਸ਼ੂ ਕਰਵਾ ਸਕਦੇ ਹੋ ਕਿਸੇ ਤਹਿਸੀਲਦਾਰ ਕੋਲੋਂ, ਕਿਸੇ ਰਜਿਸਟਰਾਰ ਕੋਲੋਂ ਇਹ ਸਰਟੀਫਿਕੇਟ ਜਿਹੜਾ ਹੈ ਤੁਸੀਂ ਇਸ਼ੂ ਕਰਵਾ ਸਕਦੇ ਹੋ। ਸੋ ਹੁਣ ਗੱਲ ਕਰ ਲੈਂਦੇ ਆ ਐਸੈਂਸ਼ੀਅਲ ਕੁਆਲੀਫਿਕੇਸ਼ਨ ਕਿਹੜੀ ਚਾਹੀਦੀ ਹੈ, ਕਿਹੜੀ ਐਲੀਜੀਬਿਲਿਟੀ ਹੋਣੀ ਚਾਹੀਦੀ ਹੈ ਅਪਲਾਈ ਕਰਨ ਵਾਸਤੇ। ਸੋ ਪਹਿਲਾਂ ਨਾਨ ਟੈਕਨੀਕਲ ਪੋਸਟਾਂ ਨੇ। ਇਹਦੇ ਵਿੱਚ ਰੈਵਨਿਊ ਅਕਾਊਂਟੈਂਟ ਆ। ਇਹਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਚਾਹੀਦੀ ਹੈ ਫੁੱਲ ਟਾਈਮ ਰੈਗੂਲਰ BCom ਵਿਦ ਮਿਨੀਮਮ 60% ਮਾਰਕਸ ਔਰ फुल टाइम रेगुलर MCom विद मिनिमम 50% मार्क्स और CA इंटर और ICWAI इंटर। सो ये इन्होंने इकनॉमिक्स की पढ़ाई मंगी है, BCom होवे या MCom होवे। जेकर BCom है तो 60% नंबर चाहिए ने, जेकर MCom है तो 50% नंबर चाहिए ने, या चार्टर्ड अकाउंटेंट या ICWAI के हिसाब नाल
कोई भी जिहड़ी पढ़ाई है तुहाडी क्वालिफिकेशन होवे। सैकेंड है क्लर्क दी पोस्ट। क्लर्क दी पोस्ट दे विच कोई भी बैचलर डिग्री मंगी है, बैचलर डिग्री फ्रॉम अ रिकॉगनाइज्ड यूनीवर्सिटी और इंस्टीट्यूशन, ते उहदे नाल की 120 घंटिਆਂ ਦਾ ਜਿਹੜਾ कंप्यूटर सर्टिफिकेट है कोर्स है वो मंगिया है, या ओ लैवल की सर्टिफिकेशन मंगी है। तो ये नाल एक नोट भी दिता है, कैंडिडेट्स ऑलरेडी पोजेसिंग ग्रेजुएशन और पोस्ट ग्रेजुएशन डिग्रीज इन कंप्यूटर ITs और हैव स्टडीड कंप्यूटर रिलेटेड सब्जेक्ट इन वन ऑफ देयर सेमेस्टर्स ड्यूरिंग द कोर्स ऑफ द स्टडी आर नॉट रिक्वायर्ड टू प्रोड्यूस सर्टिफिकेट एज मैंशन इन पैरा B अबव। सो जिन्हों ने भी अपनी ग्रेजुएशन के कंप्यूटर सबजैक्ट ऑलरेडी पढ़िया होया है उन्होंने ये सर्टिफिकेट प्रोड्यूस करने की लोड़ नहीं है। उहदे नाल है कि 10वीं लैवल ते जिहड़ी पंजाबी है पास की होवे, ते नाल ही इन्हों एक टाइपिंग टेस्ट भी पास करना पएगा। कैंडीडेट्स विल बी रिक्वायर्ड टू पास इंग्लिश एंड पंजाबी टाइपिंग टेस्ट एज पर PSPCL रिक्वायरमेंट विद इन प्रोबेशन पीरियड। सो ये जिहड़ा टाइपिंग टेस्ट आ ये रिक्रूटमेंट तो बाद होएगा, तुहानूं प्रोबेशन पीरियड दे विच क्लीयर करना पएगा। सो ये चिंता करने की लोड़ नहीं है तुहानूं कि जॉब लैण वास्ते जिहड़ा टाइपिंग टेस्ट है तुहानूं क्लीयर करना पएगा। एक बार जो तुहानूं जॉब मिल जाएगी उहदे बाद प्रोबेशन पीरियड दे विच तुहानूं ये टाइपिंग टेस्ट क्लीयर करना पएगा, उहदे बाद ही तुहाडा जिहड़ा प्रोबेशन पीरियड है वो क्लीयर किया जाएगा। सो टाइपिंग टेस्ट जिहड़ा है उहदे तुहानूं चांसिस मल्टीपल मिल सकते हैं क्योंकि ये जॉब दे विच रह के ही तुसीं जिहड़ा पास करना है। सो उहदे बाद ने टैक्नीकल पोस्ट है, ये पहली पोस्ट है जूनीयर इंजीनियर इलैक्ट्रिकल दी। सो ये वास्ते जी क्वालिफिकेशन मंगी गई ये आ फुल टाइम रैगूलर 3 या 4 साल का डिप्लोमा इन इलैक्ट्रिकल एंड इलैक्ट्रॉनिक्स इंजीनियरिंग फ्रॉम इंस्टीट्यूशन रिकॉगनाइज्ड बाय स्टेट सेंट्रल गवर्नमेंट विद मिनिमम 60% मार्क्स। सो किसी ने डिप्लोमा किया होवे 60% मार्क्स के नाल इलैक्ट्रिकल इंजीनियरिंग दे विच या इलैक्ट्रिकल एंड इलैक्ट्रॉनिक्स इंजीनियरिंग दे विच वो इनू अप्लाई कर सकता है, या किसी ने BTech की होवे BSc इंजीनियरिंग की होवे इन इलैक्ट्रिकल एंड इलैक्ट्रॉनिक्स इंजीनियरिंग विद मिनिमम 50% मार्क्स, और AMI इन इलैक्ट्रिकल और इलैक्ट्रिकल एंड इलैक्ट्रॉनिक इंजीनियरिंग विद एटलीस्ट 50% मार्क्स फ्रॉम इंस्टीट्यूशन ऑफ इंजीनियरिंग इंडिया कैलकटा, या किसी ने कैलकटा दे इंस्टीट्यूशन ऑफ इंजीनियरिंग तो AMIE की होवे जिहड़ी की आ मिनिमम 50% मार्क्स के नाल होवे। सो ये नाल नोट भी दिता है कैंडीडेट्स हु पोजेस हायर एजुकेशन विल बी कंसिडर्ड ओनली इफ दे हैव मिनिमम क्वालिफिकेशन मैंशनड अबव, या किसी ने उपर की भी पढ़ाई की होवे इस तो वध क्वालिफिकेशन भी होवे, किसी ने MTech की होवे MSc की होवे बट उन्होंने जिहड़ी मिनिमम क्वालिफिकेशन है वो फुलफिल होनी चाहिए है, तां ही वो इहनूं अप्लाई कर सकता है। सो उसके बाद है असिस्टेंट लाइनमैन। असिस्टेंट लाइनमैन वास्ते की है मैट्रिकुलेशन की पढ़ाई की होवे, 10वीं पास की होवे और इक्विवेलेंट एंड ਉਹਦੇ ਨਾਲ ਕੀ ਹੈ NAC इन लाइनमैन ट्रेड ਜਿਹੜਾ ਹੈ ਉਹ सर्टिफिकेशन ਉਹਦੇ ਕੋਲ होनी चाहिए है। सैकेंड है द कैंडिडेट्स हु पोजेस हायर एजुकेशन डिग्री डिप्लोमा इन इलैक्ट्रिकल इंजीनियरिंग विल बी कंसिडर्ड ओनली इफ दे हैव मिनिमम क्वालिफिकेशन दैट इज NAC इन लाइनमैन ट्रेड। सो एक जी सर्टिफिकेशन है इन्होंने कंपलसरी कर दी है। सो एक जिहड़ियां पोस्टां ने 1700 ने मैट्रिक की जी पढ़ाई है वो मंगी गई है, बट ये वास्ते एक सर्टिफिकेशन जी इन्होंने कंपलसरी करती है कि ये सर्टिफिकेट होएगा ਤਾਂ ਹੀ ਲਾਈਨਮੈਨ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਇਹ ਜਿਹੜਾ ਸਰਟੀਫਿਕੇਟ ਹੈ NAC ਇਹ ਤੁਹਾਨੂੰ ਅਪਲਾਈ ਕਰਨ ਵਾਸਤੇ ਚਾਹੀਦਾ ਹੈ। ਇਹਦੇ ਬਾਅਦ ਨੇ ਅਸਿਸਟੈਂਟ ਸਬ ਸਟੇਸ਼ਨ ਅਟੈਂਡੈਂਟ, ਇਹਦੇ ਵਾਸਤੇ 290 ਪੋਸਟਾਂ ਨੇ ਤੇ ਕੁਆਲੀਫਿਕੇਸ਼ਨ ਮੰਗੀ ਗਈ ਹੈ ਫੁੱਲ ਟਾਈਮ ਔਰ ਰੈਗੂਲਰ ਕੋਰਸ ਇਨ ITI ਇਲੈਕਟ੍ਰੀਕਲ ਇਲੈਕਟ੍ਰੀਸ਼ੀਅਨ ਵਾਇਰਮੈਨ ਵਿਦ ਮਿਨੀਮਮ 60% ਮਾਰਕਸ ਐਂਡ 2 year ਅਪ੍ਰੈਂਟਿਸਸ਼ਿਪ ਐਕਸਪੀਰੀਅੰਸ ਇਨ PSCB ਨਾਓ PSPCL ਤੇ ਨਾਲ ਹੀ ਕੀ ਆ 2 ਸਾਲ ਦਾ ਜਿਹੜਾ ਐਕਸਪੀਰੀਅੰਸ ਆ ਉਹ ਹੋਣਾ ਚਾਹੀਦਾ ਆ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦਾ ਜਿਹੜਾ ਕਿ ਹੁਣ PSPCL ਬਣ ਚੁੱਕਾ ਆ। ਸੋ ਇਹ 2 ਸਾਲ ਦਾ ਐਕਸਪੀਰੀਅੰਸ ਵੀ ਮੰਗਿਆ ਆ। ਸੋ ਉਹਦੇ ਨਾਲ ਕੀ ਆ ਔਰ ਫੁੱਲ ਟਾਈਮ ਰੈਗੂਲਰ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਦ 60% ਮਾਰਕਸ ਜਾਂ ਡਿਪਲੋਮਾ ਕੀਤਾ ਹੋਵੇ 60% ਨੰਬਰਾਂ ਦੇ ਨਾਲ और रेगुलर डिप्लोमा इन इलैक्ट्रॉनिक्स एंड कम्युनिकेशन विद 60% मार्क्स या 60% नंबरों के नाल डिप्लोमा किया होवे इलैक्ट्रॉनिक्स एंड कम्युनिकेशन दे विच या रेगुलर डिप्लोमा होवे इन इंस्ट्रूमेंटेशन एंड प्रोसेस कंट्रोल विद 60% मार्क्स नाल। तो ये जिहड़ियां क्वालिफिकेशन ने ये रखियां गई ने इन्हां टैक्नीकल पोस्टां वास्ते। सो ये बाद गल कर लेने पे स्केल की। पे स्केल इन्होंने कहा है कि जिवें फाइनांस डिपार्टमेंट दी इंस्ट्रक्शन ने कि इनीशियल पे ही मिलनी है। सो ये भी तुहानूं इनीशियल पे ही मिलेगी। सो जिहड़े एक्चुअल ग्रेड ने इन्हां पोस्टां वास्ते वो अजे इन्होंने अनाउंस नहीं कीते कि कितनी तनख्वाह पोस्टां नूं मिलेगी। सो ये बाद दे विच जिहड़े ने अनाउंस कर दिते जाणगे। सो मिनिमम जिहड़ी सैलरी इनीशियल पे है वही मिलेगी विदाउट TADA विदाउट अलाउंसिस। सो अलाउंसिस तो बिना जिहड़ी इनीशियल पे मिलेगी। सो उसके बाद है कि पंजाबी जिहड़ी नॉलेज है वो सारियां पोस्टां वास्ते ही कंपलसरी है। सो मैट्रिक लैवल ते जिहड़ी पंजाबी है वो हरेक ने पास की होवे तां ही जिहड़ी है वो पोस्ट ते अप्लाई कर सकदा है।
सो जी एज लिमिट रखी गई है इन्होंने पोस्टों वास्ते वो है 18 तो 37 साल तक। सो हर एक कैटेगरी वास्ते इन्होंने रिलैक्सेशन भी रखी है। सो जी कि आम पंजाब गवर्नमेंट दी रिक्रूटमेंट होंगी है, जिवें कि SCs ते BCs नूं 5 साल की रिलैक्सेशन है, एक्स सर्विसमैन नूं रिलैक्सेशन है, परसन विद डिसबिलिटी नूं 10 साल की रिलैक्सेशन है, वुमेन्स वास्ते 40 साल तक की रिलैक्सेशन रखी गई है। ਜਿਹੜੇ ऑलरेडी PSPCL ਦੇ एम्पलॉय ने या गवर्नमेंट के एम्पलॉय ने, पंजाब गवर्नमेंट के एम्पलॉय ने, उन्होंने वास्ते भी रिलैक्सेशन है। उसके बाद ਜਿਹੜੇ कॉन्ट्रैक्ट बेसिस से लगे ने उन्होंने वास्ते भी रिलैक्सेशन रखी गई है। सो हुण गल कर लेने कि स्कीम ऑफ एग्जामिनेशन की होना है, किवें जिहड़ा पेपर लिया जाना है, की फॉर्मेट होएगा पेपर का। सब तो पहली जिहड़ी पोस्ट है वो रेवन्यू अकाउंटेंट की। ये वास्ते जिहड़ा पेपर है 100 क्वेश्चन आउणगे। ये डिग्री लैवल का जिहड़ा फाइनांस या अकाउंट्स के विचों 70 क्वेश्चन आउणगे। जिहड़ा कि BCom का सिलेबस है या MCom का सिलेबस है वो विचों 70 क्वेश्चन आउणगे। ये बाद जनरल नॉलेज ने 10 क्वेश्चन, लॉजिकल रीजनिंग क्वांटिटेटिव एप्टीट्यूड के 10 क्वेश्चन ने, ते जनरल इंग्लिश है 10 क्वेश्चन। सो ये 100 नंबर का पेपर होएगा रेवन्यू अकाउंटेंट वास्ते। उसके बाद है क्लर्क के वास्ते जिहड़ा सिलेबस है वो है पहला पार्ट स्टैटिक प्लस करंट अफेयर एंड जनरल नॉलेज। सो जनरल नॉलेज के 20 क्वेश्चन आउणगे, बेसिक कंप्यूटर नॉलेज है वो 10 क्वेश्चन आउणगे, लॉजिकल रीजनिंग ते क्वांटिटेटिव एप्टीट्यूड के 25 क्वेश्चन आउणगे, न्यूमेरिकल एप्टीट्यूड के 25 क्वेश्चन आउणगे, जनरल इंग्लिश के 20 क्वेश्चन आउणगे। सो ये एप्टीट्यूड जिहड़ा आ उहदा काफ़ी वेटेज है। सो जिहड़े 25 क्वेश्चन न्यूमेरिकल एप्टीट्यूड के ने वो भी एक तरह क्वांटिटेटिव एप्टीट्यूड ही हुंदा है। सो उहदे विचों 25 क्वेश्चन ने, 25 क्वेश्चन लॉजिकल रीजनिंग ते क्वांटिटेटिव एप्टीट्यूड के ने। सो 50% जिहड़ा नंबर है वो क्वांटिटेटिव एप्टीट्यूड ते मैंटल एबिलिटी के विचों ही आउणा है। सो इहदा जिहड़ा आ 100 नंबर का इस तरह ही पेपर होएगा। ये बाद है टैक्नीकल पोस्टां, ये JEE इलैक्ट्रिकल असिस्टेंट लाइनमैन ते ASSA सब स्टेशन अटेंडेंट। ये ने पहला टॉपिक क्वेश्चन रिलेटेड टू कंसर्नड डिसिप्लिन ऑफ द पोस्ट एज पर एलिजिबिलिटी क्राइटेरिया मैंशन इन टेबल E, जिहदे विचों के 70 क्वेश्चन आउणगे। सो जिहदे की है इलैक्ट्रिकल डिप्लोमा आ, जिहदे विचों 70 क्वेश्चन आउणगे। बाकी है जनरल नॉलेज के 10 क्वेश्चन ने, रीजनिंग के 10 क्वेश्चन ने, ते जनरल इंग्लिश के 10 क्वेश्चन ने। सो मेजर जिहड़ी वेटेज आ वो सबजैक्ट नूं दित्ती गई है इत्थे कि जिहड़े डिप्लोमा कीता है या BE BTech कीती है इलैक्ट्रिकल दे विच या इलैक्ट्रॉनिक्स एंड कम्यूनीकेशन दे विच या इलैक्ट्रिकल एंड इलैक्ट्रॉनिक्स दे विच उहदे विचों 70 क्वेश्चन आने ने। सो ये आ पेपरां दा पैटर्न। सो किहड़े हिसाब दे नाल किदा पेपर होना है। सो जेकर पैटर्न सारियां पोस्टां दा वखरा आ, सो इतों भी लगदा है कि सारियां पोस्टां वास्ते पेपर जिहड़ा आ वो वखरा ही होएगा। सो इत्थे इन्हां ने ऑनलाइन एग्जाम लेना है। ऑनलाइन एग्जाम फॉर द पोस्ट ऑफ क्लर्क ALM एंड ASSA विल बी बायलिंगुअल, इंग्लिश पंजाबी दोनों लैंग्वेजेस दे विच ही होएगा। सो ऑनलाइन पेपर दे विच ही तुसीं सिलेक्ट करना है कि किहड़ी लैंग्वेज दे विच तुसीं पेपर करना चाहुंदे हो। सो इंग्लिश या पंजाबी दोनों लैंग्वेजेस दे विचों कोई लैंग्वेज सिलेक्ट करके तुसीं अपना ऑनलाइन पेपर कर सकते हो। सो ये नाल है कि मल्टीपल फेज भी रखे ने इन्होंने सिलेक्शन प्रोसीजर दे। जिहड़ियां पोस्टां ने रेवन्यू अकाउंटेंट, असिस्टेंट लाइनमैन ते असिस्टेंट सब स्टेशन अटेंडेंट दियां, इन्हां वास्ते सिर्फ इक्को ही पेपर होएगा। एक पेपर के बेस से जिहड़ी सिलेक्शन होएगी। जिहड़ियां पोस्टां ने क्लर्क दियां ते JEE इलैक्ट्रिकल दियां, इन्हां वास्ते 2 फेज ने, 2 पेपर होने ने। पहला प्रीलिमिनरी एग्जामिनेशन है, सैकेंड है मेन्स एग्जामिनेशन। प्रीलिमिनरी दे विच की है 100 क्वेश्चन का जिहड़ा आ ऑब्जैक्टिव टाइप पेपर होना है, जिहदा कि असीं सिलेबस उपर देख चुके हैं। सो सैकेंड दे विच की है कि 4 गुणा जिहड़े कैंडीडेट्स ने वो सिलेक्ट किए जाएंगे, उन्हां दा सेम सिलेबस के नाल, सेम पैटर्न के नाल जिहड़ा आ वो दोबारा एक पेपर होएगा, जिहदे विचों फाइनल मैरिट लिस्ट बनेगी। सो सिर्फ एक शॉर्ट लिस्टिंग करने वास्ते 2 पेपर रखे ने। सिलेबस भी सेम है, पेपर का पैटर्न भी सेम है। उसके बाद इन्होंने मिनिमम मार्क्स भी रखे ने कि पेपर के विचों जे मिनिमम इन्ने मार्क्स आउणगे तां ही अगे क्वालीफाई मन्निया जाएगा, अदरवाइज फेल मन्निया जाएगा। ਉਹਦੇ ਵਿੱਚ ਜਨਰਲ ਕੈਟਾਗਰੀ ਵਾਸਤੇ 45% ਨੰਬਰ ਨੇ ਤੇ ਰਿਜ਼ਰਵ ਕੈਟਾਗਰੀ ਵਾਸਤੇ 35% ਨੰਬਰ ਨੇ। ਸੋ ਇਹ ਨੰਬਰ ਆਉਣਗੇ ਤਾਂ ਹੀ ਉਹ ਅੱਗੇ ਜਿਹੜਾ ਆ ਕੈਂਡੀਡੇਟ ਜਾ ਸਕਦਾ ਹੈ, ਅਦਰਵਾਈਜ਼ ਉਹਨੂੰ ਫੇਲ ਮੰਨਿਆ ਜਾਏਗਾ। पेपर ਦੇ ਵਿੱਚ ਨੈਗੇਟਿਵ ਮਾਰਕਿੰਗ ਵੀ ਰੱਖੀ ਗਈ ਹੈ, 0.25 ਜਿਹੜੀ ਉਹ ਨੈਗੇਟਿਵ ਮਾਰਕਿੰਗ ਆ, 1/4 ਜਿਹੜੀ ਆ ਨੈਗੇਟਿਵ ਮਾਰਕਿੰਗ ਵੀ ਰੱਖੀ ਗਈ ਆ। ਉਹਦੇ ਬਾਅਦ ਨੋਰਮਲਾਈਜੇਸ਼ਨ ਦਾ ਦੱਸਿਆ ਹੈ ਕਿ ਜੇਕਰ 2 ਸ਼ਿਫਟਾਂ ਦੇ ਵਿੱਚ ਪੇਪਰ ਕਰਾਉਣਾ ਪੈਂਦਾ ਆ ਤਾਂ ਔਖਾ ਜਾਂ ਸੌਖਾ ਪੇਪਰ ਹੈ ਉਹਨੂੰ ਨੋਰਮਲਾਈਜ਼ ਕਿਵੇਂ ਕਰਦੇ ਆ, ਉਹ ਸਟੈਂਡਰਡ ਇੱਕ ਫਾਰਮੂਲਾ ਆ, ਉਹਨੂੰ ਅਪਲਾਈ ਕਰਕੇ ਨੋਰਮਲਾਈਜੇਸ਼ਨ ਜਿਹੜੀ ਆ ਸਟੂਡੈਂਟਸ ਦੀ ਰੱਖੀ ਜਾਏਗੀ। ਇਹਦੇ ਬਾਅਦ ਇਹਨਾਂ ਨੇ ਦੱਸਿਆ ਹੈ ਕਿ ਜਿਹੜਾ ਆਨਲਾਈਨ ਟੈਸਟ ਆ ਉਹ ਕਿਸੇ ਵੀ ਸੈਂਟਰ ਦੇ ਵਿੱਚ ਲਿਆ ਜਾਏਗਾ ਜਿੱਥੇ ਕੰਪਿਊਟਰ ਅਵੇਲੇਬਲ ਹੋਣਗੇ ਤਾਂ ਹੀ ਉੱਥੇ ਆਨਲਾਈਨ ਟੈਸਟ ਹੋਏਗਾ। ਸੋ ਆਨਲਾਈਨ ਟੈਸਟ ਵਾਸਤੇ ਜਿਹੜੇ ਐਡਮਿਟ ਕਾਰਡ ਹੋਣਗੇ ਉਹ ਬਾਅਦ ਦੇ ਵਿੱਚ ਅਨਾਉਂਸ ਕਰ ਦਿੱਤੇ ਜਾਣਗੇ। ਜਿਹੜੀ ਫਾਈਨਲ ਮੈਰਿਟ ਲਿਸਟ ਆ ਉਹ ਜਿਨ੍ਹਾਂ ਦਾ ਸਿੰਗਲ ਫੇਜ਼ ਦੇ ਵਿੱਚ ਪੇਪਰ ਹੋਣਾ ਆ ਉਹ ਇੱਕੇ ਪੇਪਰ ਦੇ ਬੇਸ ਤੇ ਹੋਏਗੀ, ਜਿਨ੍ਹਾਂ ਦੇ 2 ਫੇਜ਼ ਦੇ ਵਿੱਚ ਪੇਪਰ ਹੋਣੇ ਨੇ ਉਹ ਸੈਕੰਡ ਪੇਪਰ ਦੇ ਬਾਅਦ ਫਾਈਨਲ ਜਿਹੜੀ ਮੈਰਿਟ ਲਿਸਟ ਆ ਉਹ ਅਨਾਉਂਸ ਕੀਤੀ ਜਾਏਗੀ। ਉਹਦੇ ਬਾਅਦ ਡਾਕੂਮੈਂਟੇਸ਼ਨ ਚੈਕਿੰਗ ਹੋਏਗੀ, ਸਰਟੀਫਿਕੇਟ ਚੈੱਕ ਹੋਣਗੇ ਕਾਉਂਸਲਿੰਗ ਦੇ ਵਿੱਚ ਜਿਵੇਂ ਹੁੰਦੇ ਨੇ,
ਤੇ ਫਾਈਨਲ ਅਪਾਇੰਟਮੈਂਟ ਲੈਟਰ ਦਿੱਤੀਆਂ ਜਾਣਗੀਆਂ ਤੇ ਇਹਦੇ ਨਾਲ ਹੀ ਫਾਈਨਲ ਅਪਾਇੰਟਮੈਂਟ ਲੈਟਰ ਤੋਂ ਬਾਅਦ ਟ੍ਰੇਨਿੰਗ ਵੀ ਹੋਏਗੀ। ਜਿਹੜੀ ਟ੍ਰੇਨਿੰਗ ਆ ਉਹ ਪਟਿਆਲੇ ਦੇ ਵਿੱਚ ਇਹਨਾਂ ਦਾ ਇੰਸਟੀਚਿਊਟ ਆ, ਉੱਥੇ ਉਹਨਾਂ ਦੀ ਟ੍ਰੇਨਿੰਗ ਹੋਏਗੀ। ਸੋ ਇਹਨੂੰ ਅਪਲਾਈ ਕਰਨ ਵਾਸਤੇ ਫੀਸ ਕਿੰਨੀ ਪੇ ਕਰਨੀ ਉਹਦੀ ਗੱਲ ਕਰ ਲੈਂਦੇ ਆ। ਜਿਹੜੇ ਕਿ ਪਰਸਨ ਵਿਦ ਡਿਸੇਬਿਲਿਟੀ ਨੇ ਉਹਨਾਂ ਵਾਸਤੇ 500 ਹੈ ਪਲੱਸ 90 ਰੁਪਏ ਜਿਹੜੇ ਨੇ ਉਹ GST ਹੈ। ਜਿਹੜੇ SC ਕੈਟਾਗਰੀ ਨੇ ਉਹਨਾਂ ਵਾਸਤੇ ਵੀ 500 ਹੈ ਪਲੱਸ 90 ਰੁਪਏ GST ਹੈ। ਜਿਹੜੀਆਂ ਅਦਰ ਕੈਟਾਗਰੀ ਨੇ ਅਦਰ ਦੈਨ SCs ਤੇ ਪਰਸਨ ਵਿਦ ਡਿਸੇਬਿਲਿਟੀ ਹੈ ਉਹਨਾਂ ਵਾਸਤੇ 800 ਰੁਪਏ ਆ ਪਲੱਸ GST ਹੈ। ਸੋ 944 590 ਐਂਡ 590 ਜਿਹੜੇ ਆ ਤੇ ਨਾਲ ਬੈਂਕ ਦੇ ਜਿਹੜੇ ਚਾਰजेस ਨੇ ਉਹ ਐਕਸਟਰਾ ਹੋਣਗੇ। ਸੋ ਇਹ ਜਿਹੜੀ ਫੀਸ ਹੈ ਤੁਹਾਨੂੰ ਅਪਲਾਈ ਕਰਨ ਲੱਗਿਆਂ ਦੇਣੀ ਪਏਗੀ। ਸੋ ਉਹਦੇ ਬਾਅਦ ਇੰਸਟਰਕਸ਼ਨ ਦਿੱਤੀਆਂ ਨੇ ਕਿ ਇੱਕ ਜਿਹੜਾ ਤੁਸੀਂ ਅਪਲਾਈ ਕਰੋਗੇ ਉਹਦੇ ਬਾਅਦ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਮਿਲੇਗਾ, ਤੁਹਾਡਾ ਇੱਕ ਪਾਸਵਰਡ ਜਿਹੜਾ ਹੈ ਉਹ ਕ੍ਰੀਏਟ ਹੋਏਗਾ, ਉਹਨੂੰ ਤੁਸੀਂ ਸਾਂਭ ਕੇ ਰੱਖਣਾ ਇਨ ਫਿਊਚਰ ਵਾਸਤੇ। ਸੋ ਐਡਮਿਟ ਕਾਰਡ ਜਿਹੜਾ ਹੈ ਤੁਹਾਨੂੰ ਰਜਿਸਟਰਡ ਈਮੇਲ ID ਤੇ ਭੇਜਿਆ ਜਾਏਗਾ। ਸੋ ਇਹ ਇਹਨਾਂ ਨੇ ਇੰਸਟਰਕਸ਼ਨ ਦਿੱਤੀਆਂ ਨੇ, ਨਾਲ ਇਹਨਾਂ ਨੇ ਆਪਣਾ ਇੱਕ ਫੋਨ ਨੰਬਰ ਤੇ ਈਮੇਲ ID ਦਿੱਤੀ ਹੈ ਕਿ ਜਿਨ੍ਹਾਂ ਨੂੰ ਵੀ ਅਪਲਾਈ ਕਰਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਇਹਨਾਂ ਨੰਬਰਾਂ ਦੇ ਉੱਪਰ ਕੰਟੈਕਟ ਕਰ ਸਕਦਾ ਹੈ। ਸੋ ਇਹ ਪੋਸਟਾਂ ਨੇ, ਕਾਫੀ ਚੰਗਾ ਨੰਬਰ ਹੈ ਇਹਨਾਂ ਦਾ, 2632 ਪੋਸਟਾਂ ਨੇ। ਇਹਨਾਂ ਵਾਸਤੇ ਤੁਸੀਂ ਅਪਲਾਈ ਕਰੋ ਤੇ ਤੁਸੀਂ ਤਿਆਰੀ ਕਰਕੇ ਇਹਨਾਂ ਦੇ ਵਿੱਚ ਸਿਲੈਕਸ਼ਨ ਹਾਸਲ ਕਰੋ। ਸੋ ਆਲ ਦਾ ਬੈਸਟ ਸਾਰਿਆਂ ਨੂੰ। ਥੈਂਕ ਯੂ ਵੈਰੀ ਮੱਚ।